11ਵੇਂ ਹਫ਼ਤੇ ਦੇ 5ਵੇਂ ਮੋਡਿਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਪੂਰੇ ਹਫ਼ਤੇ ਵਿੱਚ ਅਸੀਂ ਆਪਟੀਕਲ ਸਿਸਟਮਸ ਵਿੱਚ ਵੇਵਜ਼ ਨੂੰ ਦੇਖ ਰਹੇ ਹਾਂ। ਖਾਸ ਤੌਰ ਤੇ ਪਿਛਲੀਆਂ 4 ਕਲਾਸਾਂ ਵਿੱਚ ਅਸੀਂ ਜ਼ਿਆਦਾਤਰ ਇੰਟਰਫੇਰੈਂਸ ਪੈਟਰਨ ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਕਲਾਸ ਵਿੱਚ ਅਸੀਂ ਡਿਫਰੈਕਸ਼ਨ ਨੂੰ ਵੇਖਾਂਗੇ ਅਤੇ ਦੂਜੀ ਇੱਕ ਪ੍ਰੋਬਲਮ ਹੈ ਜੋ ਅਸੀਂ ਆਪਣੀਆਂ ਪਿਛਲੀਆਂ ਕਲਾਸਾਂ ਵਿੱਚੋਂ ਇੱਕ ਵਿੱਚ ਅਧੂਰੀ ਛੱਡ ਦਿੱਤੀ ਸੀ। ਖਾਸ ਤੌਰ ਤੇ ਫੈਬਰੀ-ਪੇਰੋਟ ਇੰਟਰਫੇਰੋਮੀਟਰ ਦੀ ਰਿਜ਼ੋਲਵਿੰਗ ਪਾਵਰ ਦੀ ਗਣਨਾ ਕਰਨ ਦੀ। ਮੈਨੂੰ ਇੱਥੇ ਮੌਜੂਦ ਚਿੱਤਰ ਬਣਾ ਕੇ ਡਿਫਰੈਕਸ਼ਨ ਬਾਰੇ ਵਿਆਖਿਆ ਕਰਨ ਦਿਓ। ਇਸ ਲਈ ਮੰਨ ਲਓ ਕਿ ਇੱਕ ਲਾਈਟ ਵੇਵ ਫਰੰਟ ਹੈ ਜੋ ਖੱਬੇ ਪਾਸੇ ਤੋਂ ਆ ਰਿਹਾ ਹੈ ਅਤੇ ਇਹ ਇੱਕ ਪਲੇਨ ਵੇਵ ਫਰੰਟ ਹੈ ਅਤੇ ਇਹ ਸਲਿਟ ਉੱਤੇ ਆ ਰਿਹਾ ਹੈ ਜਿਸ ਦੀ ਚੌੜਾਈ b ਹੈ। ਜੇਕਰ ਰੋਸ਼ਨੀ ਬਿਲਕੁਲ ਸਿੱਧੀਆਂ ਰੇਖਾਵਾਂ ਵਿੱਚ ਜਾ ਹੋਵੇ ਤਾਂ ਤੁਸੀਂ ਕੀ ਦੇਖੋਗੇ ਕਿ ਜੇਕਰ ਮੈਂ ਸਲਿਟ ਦੀ ਪੋਜੀਸ਼ਨ ਤੋਂ ਥੋੜੀ ਦੂਰ ਸਕਰੀਨ ਲਈ ਸਲਿਟ ਨੂੰ ਮੈਪ ਕਰਦਾ ਹਾਂ ਤਾਂ ਮੈਂ ਇਹਨਾਂ ਦੋ ਪੋਜੀਸ਼ਨ S1 ਅਤੇ S2 ਨੂੰ ਮਾਰਕ ਕਰ ਸਕਦਾ ਹਾਂ ਜਿਵੇਂ ਕਿ ਤੁਸੀਂ ਦੇਖੋਗੇ S1 ਅਤੇ S2। ਇਸ ਲਈ ਜੇਕਰ ਰੋਸ਼ਨੀ ਅਸਲ ਵਿੱਚ ਸਿੱਧੀਆਂ ਰੇਖਾਵਾਂ ਵਿੱਚ ਟਰੈਵਲ ਕਰ ਰਹੀ ਹੋਵੇ ਤਾਂ ਸਿਰਫ S1 ਅਤੇ S2 ਦੇ ਵਿਚਕਾਰਲਾ ਉਹ ਹਿੱਸਾ ਇੱਕ ਸਮਾਨ ਰੂਪ ਵਿੱਚ ਪ੍ਰਕਾਸ਼ਮਾਨ ਹੋਵੇਗਾ ਅਤੇ S1 ਅਤੇ S2 ਦੇ ਬਾਹਰ ਸਕਰੀਨ ਪੂਰੀ ਤਰ੍ਹਾਂ ਡਾਰਕ ਹੋਵੇਗੀ। ਤੁਸੀਂ ਇਹ ਦੇਖੋਗੇ। ਦੂਜੇ ਪਾਸੇ ਜੋ ਆਮ ਤੌਰ ਤੇ ਦੇਖਿਆ ਜਾਂਦਾ ਹੈ ਉਹ ਇਹ ਹੈ ਕਿ ਕੁਝ ਸਥਿਤੀਆਂ ਵਿੱਚ ਅਸਲ ਵਿੱਚ S1 ਅਤੇ S2 ਦੇ ਬਾਹਰ ਰੋਸ਼ਨੀ ਡਿੱਗ ਰਹੀ ਹੈ। ਇਹ ਇੱਕ ਚੀਜ਼ ਹੈ। ਅਤੇ ਦੂਜਾ, ਜੇਕਰ ਤੁਹਾਡੀ ਲਾਈਟ ਦੀ ਵੇਵਲੈਂਥ ਸਲਿਟ ਦੇ ਆਕਾਰ ਦੇ ਲਗਭਗ ਬਰਾਬਰ ਹੈ ਜਿਸ ਨੂੰ b ਮੰਨਿਆ ਗਿਆ ਹੈ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਲਾਈਟ ਦੀ ਇੰਟੈਂਸਿਟੀ ਜਿਸ ਦੀ ਅਸੀਂ ਪਹਿਲਾਂ ਇਕਸਾਰ ਹੋਣ ਦੀ ਉਮੀਦ ਕੀਤੀ ਸੀ ਅਸਲ ਵਿੱਚ S1 ਅਤੇ S2 ਵਿੱਚ ਇੱਕ ਸਮਾਨ ਨਹੀਂ ਹੈ। ਕੁਝ ਬ੍ਰਾਈਟ ਅਤੇ ਡਾਰਕ ਫਰਿੰਜਸ ਹਨ। ਇਹ S1 ਅਤੇ S2 ਦੇ ਅੰਦਰ ਸਮਾਨ ਰੂਪ ਵਿੱਚ ਵੰਡੇ ਨਹੀਂ ਜਾਂਦੇ ਹਨ ਅਤੇ ਡਿਫਰੈਕਸ਼ਨ ਇਫੈਕਟ ਨੂੰ ਕੇਵਲ ਰੇ ਅਪਰੋਚ ਨਾਲ ਨਹੀਂ ਸਮਝਾਇਆ ਜਾ ਸਕਦਾ ਹੈ। ਤਾਂ ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਦੀ ਵਿਆਖਿਆ ਕਰਨ ਲਈ ਰੇ ਅਪਰੋਚ ਦੀ ਵਰਤੋਂ ਕੀਤੀ ਹੈ ਅਤੇ ਇਹ ਬੇਸਿਕਲੀ ਲਾਈਟ ਦੀ ਵੇਵਲੈਂਥ ਦੀ ਲਿਮਿਟ ਹੈ ਜੋ ਟੈਂਡਿੰਗ ਟੂ 0 ਹੈ ਅਤੇ ਇਹ ਅਪਰੋਚ ਇੱਥੇ ਉਚਿਤ ਹੋਵੇਗੀ ਕਿਉਂਕਿ ਸਾਨੂੰ ਇੱਕ ਦੂਜੇ ਵਿੱਚ ਦਖਲ ਦੇਣ ਵਾਲੀਆਂ ਵੇਵਜ਼ ਨਾਲ ਦੁਬਾਰਾ ਕੰਮ ਕਰਨ ਦੀ ਲੋੜ ਹੈ। ਸਾਨੂੰ ਅਸਲ ਵਿੱਚ ਪੂਰੀ ਵੇਵ ਫੇਨੋਮੇਨਾ ਦੀ ਲੋੜ ਹੈ। ਸਾਨੂੰ ਲਾਈਟ ਦੀ ਨਾਨ-ਜ਼ੀਰੋ ਵੇਵਲੈਂਥ ਤੇ ਵਿਚਾਰ ਕਰਨ ਦੀ ਲੋੜ ਹੈ। ਇੰਟਰਫੇਰੈਂਸ ਅਤੇ ਡਿਫਰੈਕਸ਼ਨ ਵਿੱਚ ਕੀ ਅੰਤਰ ਹੈ? ਮੈਂ ਇੱਥੇ ਇਹ ਦੋ ਚਿੱਤਰ ਬਣਾ ਇਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇੰਟਰਫੇਰੈਂਸ ਨੂੰ ਦੇਖਣ ਦਾ ਇੱਕ ਆਮ ਤਰੀਕਾ ਦੋ ਸਲਿਟ ਇੰਕਸ ਦੇ ਐਕਸਪੈਰੀਮੈਂਟ ਕਿਸਮ ਦਾ ਇੰਟਰਫੇਰੈਂਸ ਪੈਟਰਨ ਹੈ। ਖੱਬੇ ਪਾਸੇ ਮੇਰੇ ਕੋਲ ਇਹ ਡਬਲ ਸਲਿਟ ਇੰਟਰਫੇਰੈਂਸ ਸੈਟਅਪ ਹੈ। ਤੁਹਾਡੇ ਕੋਲ ਖੱਬੇ ਪਾਸੇ ਤੋਂ ਰੋਸ਼ਨੀ ਆ ਰਹੀ ਹੈ। ਇੱਥੇ ਇੱਕ ਵੇਵ ਫਰੰਟ ਹੈ ਅਤੇ ਦੋ ਸਲਿਟ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਤੇ ਵੇਵ ਫਰੰਟ ਦਾ ਪਾਰਟ ਦੋ ਸਲਿਟਸ ਵਿੱਚੋਂ ਲੰਘਦਾ ਹੈ ਅਤੇ ਸ਼ਾਇਦ ਸਕਰੀਨ ਤੇ ਕਿਸੇ ਪੁਆਇੰਟ P ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਲਾਈਟ ਦੀ ਇੰਟੈਂਸਿਟੀ ਕੀ ਹੈ ਜੋ ਸਕਰੀਨ ਤੇ ਪੁਆਇੰਟ P ਤੇ ਪ੍ਰਾਪਤ ਹੁੰਦੀ ਹੈ। ਇਸ ਲਈ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਟੌਪ ਸਲਿਟ ਅਤੇ ਬਾਟਮ ਸਲਿਟ ਵਿੱਚੋਂ ਇੱਕ ਤੋਂ ਆਉਣ ਵਾਲੀ ਰੋਸ਼ਨੀ ਕਿਰਨਾਂ ਨੂੰ ਧਿਆਨ ਵਿੱਚ ਰੱਖਦੇ ਹੋ। ਇਹ ਪਤਾ ਲਗਾਓ ਕਿ ਪਾਥ ਡਿਫਰੈਂਸ ਕੀ ਹੈ। ਇਸ ਨੂੰ ਫੇਜ਼ ਡਿਫਰੈਂਸ ਵਿੱਚ ਬਦਲੋ ਅਤੇ ਫਿਰ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਜੋ ਦੇਖੋਗੇ ਉਹ ਪੋਜੀਸ਼ਨ P ਤੇ ਇੱਕ ਬ੍ਰਾਈਟ ਜਾਂ ਡਾਰਕ ਫਰਿੰਜ ਹੋਵੇਗਾ ਜਾਂ ਨਹੀਂ। ਇਹ ਸਾਡੇ ਲਈ ਇੰਟਰਫੇਰੈਂਸ ਹੈ। ਵੱਖ-ਵੱਖ ਸਲਿਟਸ ਤੋਂ ਇਹ ਦੋ ਬੀਮ ਹਨ। ਦੋ ਵੱਖ-ਵੱਖ ਸਲਿਟ ਇਹ ਬਹੁਤ ਜ਼ਰੂਰੀ ਹੈ। ਇੱਥੇ ਇਹ ਦੋ ਬੀਮ ਹਨ ਜੋ ਦੋ ਵੱਖ-ਵੱਖ ਸਲਿਟਸ ਤੋਂ ਆਉਂਦੀਆਂ ਹਨ ਜੋ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਹਨ ਅਤੇ P ਤੇ ਇੰਟਰਫੇਰੈਂਸ ਪੈਟਰਨ ਪੈਦਾ ਕਰਦੀਆਂ ਹਨ। ਦੂਜੇ ਪਾਸੇ ਤੁਸੀਂ ਰਾਈਟ ਹੈਂਡ ਸਾਈਡ ਤੇ ਇਸ ਡਿਫਰੈਕਸ਼ਨ ਨੂੰ ਸੈਟਅਪ ਦੇਖਦੇ ਹੋ। ਮੇਰੇ ਕੋਲ ਇਹ ਸਿੰਗਲ ਸਲਿਟ ਸੈਟਅਪ ਹੈ। ਇਸ ਲਈ ਦੁਬਾਰਾ ਉਸੇ ਤਰ੍ਹਾਂ ਹੀ ਹੈ। ਰੋਸ਼ਨੀ ਲੈਫਟ ਹੈਂਡ ਸਾਈਡ ਤੋਂ ਆਉਂਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹ ਮੰਨ ਸਕਦੇ ਹੋ ਕਿ ਇਹ ਇੱਕ ਪਲੇਨ ਵੇਵ ਹੈ। ਰੋਸ਼ਨੀ ਸਿੰਗਲ ਸਲਿਟ ਵਿੱਚੋਂ ਲੰਘਦੀ ਹੈ ਅਤੇ ਦੁਬਾਰਾ ਸਵਾਲ ਇਹ ਹੈ ਕਿ ਮੈਂ ਕਿਸੇ ਪੋਜੀਸ਼ਨ P ਤੇ ਕੀ ਦੇਖਾਂਗਾ ਅਤੇ ਸਪਸ਼ਟ ਤੌਰ ਤੇ ਇਹ ਪੋਜੀਸ਼ਨ P ਐਗਜ਼ੈਜਰੇਟਡ ਹੈ। ਇਸ ਲਈ ਆਈਡੀਅਲੀ ਮੈਂ ਇਹ ਦੇਖਣਾ ਚਾਹਾਂਗਾ ਕਿ ਇਸ ਰੀਜਨ ਵਿੱਚ ਕੀ ਹੋ ਸਕਦਾ ਹੈ। ਪਰ ਕਿਸੇ ਵੀ ਕੇਸ ਵਿੱਚ ਇੱਥੇ ਪੁਆਇੰਟ ਇਹ ਹੈ ਕਿ ਇੱਥੇ ਅਸੀਂ ਦੁਬਾਰਾ
2 ਵੇਵਲੇਟਸ ਜਾਂ 2 ਬੀਮਸ ਨੂੰ ਦੇਖ ਰਹੇ ਹਾਂ, ਜੋ 2 ਵੱਖੋ ਵੱਖਰੇ ਸਲਿਟਸ ਤੋਂ ਨਹੀਂ ਬਲਕਿ ਸਮਾਨ ਸਲਿਟ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ। ਉਸ ਡਾਇਗਰਾਮ ਨੂੰ ਦੇਖੋ ਜੋ ਮੈਂ ਇੱਥੇ ਬਣਾਇਆ ਹੈ, ਇਹ 2 ਲਾਈਨਾਂ ਹਨ ਜੋ ਉਸੇ ਸਲਿਟ ਦੇ 2 ਹਿੱਸਿਆਂ ਤੋਂ ਦਿਖਾਈ ਦਿੰਦੀਆਂ ਹਨ। ਫਿਰ ਅਸੀਂ ਸਵਾਲ ਪੁੱਛਦੇ ਹਾਂ, ਜੇਕਰ ਇਹ 2 ਬੀਮ ਹਨ, ਤਾਂ ਉਹ ਕਿਵੇਂ ਇੰਟਰੈਕਟ ਕਰਨਗੇ ਅਤੇ ਕੀ ਉਹ ਪੋਜੀਸ਼ਨ P ਤੇ ਇੱਕ ਬ੍ਰਾਈਟ ਜਾਂ ਡਾਰਕ ਫਰਿੰਜ ਪੈਦਾ ਕਰਨਗੇ। ਇਸ ਲਈ, ਇਹ ਡਿਫਰੈਕਸ਼ਨ ਹੈ। ਜੇ ਤੁਸੀਂ ਇਸ ਬਾਰੇ ਸੋਚਦੇ ਹੋ, ਤਾਂ ਇਹ ਇੰਟਰਫੇਰੈਂਸ ਅਤੇ ਡਿਫਰੈਕਸ਼ਨ ਵਿੱਚ ਬਹੁਤ ਜ਼ਿਆਦਾ ਅੰਤਰ ਨਹੀਂ ਹੈ। ਖਾਸ ਤੌਰ ਤੇ, ਤੁਸੀਂ ਦੇਖੋਗੇ ਕਿ ਫਿਜ਼ੀਕਲ ਬਿਹੇਵੀਅਰ ਵਿੱਚ ਅਸਲ ਵਿੱਚ ਕੋਈ ਅੰਤਰ ਨਹੀਂ ਹੈ। ਮੈਨੂੰ ਇਹ ਕਹਿਣ ਦਿਓ ਕਿ ਡਿਫਰੈਕਸ਼ਨ ਪ੍ਰੋਬਲਮਸ ਦੀਆਂ 2 ਵਿਆਪਕ ਸ਼੍ਰੇਣੀਆਂ ਹਨ। ਉਹਨਾਂ ਵਿੱਚੋਂ ਪਹਿਲਾ ਫਰੌਨਹੋਫਰ ਡਿਫਰੈਕਸ਼ਨ ਹੈ। ਇਸ ਕੇਸ ਵਿੱਚ, ਮੰਨ ਲਓ ਕਿ ਡਿਫਰੈਕਸ਼ਨ ਸਿੰਗਲ ਸਲਿਟ ਦੀ ਇਸ ਪੋਜੀਸ਼ਨ ਤੇ ਹੁੰਦੀ ਹੈ, ਜੋ ਇੱਥੇ ਲਾਲ ਰੰਗ ਵਿੱਚ ਦਿਖਾਈ ਗਈ ਹੈ, ਇਹ ਵਾਲੀ। ਹੁਣ, ਤੁਹਾਡੇ ਕੋਲ ਰੋਸ਼ਨੀ ਦਾ ਇੱਕ ਸਰੋਤ ਹੈ, ਜੋ ਅਸਲ ਵਿੱਚ ਪ੍ਰਿੰਸੀਪਲ ਇਨਫਿਨਿਟੀ ਵਿੱਚ ਬਹੁਤ ਦੂਰੀ ਤੋਂ ਆਉਂਦਾ ਹੈ, ਪਰ ਤੁਹਾਨੂੰ ਕਲਪਨਾ ਕਰਨੀ ਚਾਹੀਦੀ ਹੈ ਕਿ ਪ੍ਰਕਾਸ਼ ਦਾ ਸਰੋਤ ਅਸਲ ਵਿੱਚ ਸਾਡੇ ਤੋਂ ਬਹੁਤ ਦੂਰ ਹੈ ਕਿ ਮੈਂ ਲਗਭਗ ਇਹ ਮੰਨ ਸਕਦਾ ਹਾਂ ਕਿ ਜਦੋਂ ਇਹ ਰੋਸ਼ਨੀ ਸਲਿਟ ਤੱਕ ਪਹੁੰਚਦੀ ਹੈ ਤਾਂ ਇਹ ਇੱਕ ਪਲੇਨ ਵੇਵ ਹੈ, ਪਰ ਜ਼ਰੂਰੀ ਤੌਰ ਤੇ ਤੁਹਾਨੂੰ ਇੱਕ ਪਲੇਨ ਵੇਵ ਪੈਦਾ ਕਰਨ ਲਈ ਲੰਬੀ ਦੂਰੀ ਦੀ ਲੋੜ ਨਹੀਂ ਹੈ। ਤੁਸੀਂ ਇਹ ਇਫੈਕਟ ਉਦਾਹਰਨ ਲਈ ਲੈਂਸ ਦੀ ਵਰਤੋਂ ਕਰਕੇ ਬਹੁਤ ਘੱਟ ਦੂਰੀ ਤੇ ਵੀ ਹੁੰਦਾ ਦੇਖ ਸਕਦੇ ਹੋ। ਅਤੇ ਜੇਕਰ ਤੁਸੀਂ ਆਪਣੇ ਆਬਜੈਕਟ ਨੂੰ ਲੈਂਸ ਦੇ ਫੋਕਸ ਤੇ ਰੱਖਦੇ ਹੋ, ਤਾਂ ਤੁਸੀਂ ਇਸ ਨੂੰ ਸਮਾਨਾਂਤਰ ਦੂਜੇ ਪਾਸੇ ਵਿੱਚ ਰੈਂਡਰ ਕਰੋਗੇ। ਉਦਾਹਰਨ ਲਈ, ਤੁਸੀਂ ਰੋਸ਼ਨੀ ਦੇ ਸਰੋਤ ਨੂੰ ਲੈਂਸ ਦੇ ਫੋਕਸ ਤੇ ਰੱਖ ਸਕਦੇ ਹੋ ਅਤੇ ਇਹ ਤੁਹਾਨੂੰ ਸਮਾਨਾਂਤਰ ਕਿਰਨਾਂ ਜਾਂ ਜ਼ਰੂਰੀ ਤੌਰ ਤੇ ਪਲੇਨ ਵੇਵ ਫਰੰਟ ਪ੍ਰਦਾਨ ਕਰੇਗਾ। ਅਤੇ ਹੁਣ ਇੱਕ ਵਾਰ ਜਦੋਂ ਵੇਵਜ਼ ਸਲਿਟ ਵਿੱਚੋਂ ਲੰਘਦੀਆਂ ਹਨ ਤਾਂ ਸਕਰੀਨ ਨੂੰ ਦੁਬਾਰਾ ਅਸਲ ਵਿੱਚ ਕਾਫੀ ਦੂਰ ਮੰਨਿਆ ਜਾਂਦਾ ਹੈ। ਸਿਧਾਂਤ ਵਿੱਚ ਇੱਕ ਦੂਰੀ ਤੇ ਜੋ ਕਿ ਇਨਫਿਨਿਟੀ ਹੈ, ਪਰ ਅਭਿਆਸ ਵਿੱਚ ਇਹ ਕਾਫੀ ਵੱਡੀ ਦੂਰੀ ਹੈ। ਅਤੇ ਕਾਰਨ ਜਿਵੇਂ ਕਿ ਤੁਸੀਂ ਦੇਖੋਗੇ ਇਹ ਹੈ ਕਿ ਇਹ ਕੁਝ ਐਂਗਲਸ ਨੂੰ ਛੋਟਾ ਬਣਾਉਣ ਵਿੱਚ ਮਦਦ ਕਰਦੇ ਹਨ, ਅਤੇ ਕੁਝ ਅਨੁਮਾਨ ਬਹੁਤ ਵਧੀਆ ਢੰਗ ਨਾਲ ਕੰਮ ਕਰਦੇ ਹਨ, ਅਤੇ ਆਸਾਨੀ ਨਾਲ ਡਿਫਰੈਕਸ਼ਨ ਪੈਟਰਨ ਲਈ ਐਨਾਲਿਟੀਕਲ ਫੋਰਮਸ ਦੀ ਗਣਨਾ ਕਰਨ ਵਿੱਚ ਸਾਡੀ ਮਦਦ ਕਰਦੇ ਹਨ, ਜੋ ਕਿ ਇੱਕ ਕਾਰਨ ਹੈ। ਪਰ ਸਿਰਫ ਇੱਕ ਮੈਥਮੈਟੀਕਲ ਦੀ ਸਹੂਲਤ ਤੋਂ ਵੱਧ ਮਹੱਤਵਪੂਰਨ ਇਹ ਤੱਥ ਹੈ ਕਿ ਇਹ ਉਹ ਚੀਜ਼ ਹੈ ਜੋ ਅਭਿਆਸ ਵਿੱਚ ਵੀ ਸਭ ਤੋਂ ਵੱਧ ਉਪਯੋਗੀ ਹੈ। ਡਿਫਰੈਕਸ਼ਨ ਪੈਟਰਨ ਦੀ ਦੂਜੀ ਸ਼੍ਰੇਣੀ ਫਰੰਟਲ ਡਿਫਰੈਕਸ਼ਨ ਪੈਟਰਨ ਹੈ। ਇੱਥੇ ਫਰੌਨਹੋਫਰ ਕੇਸ ਦੇ ਉਲਟ, ਇਹ D1 ਅਤੇ D2 ਜੋ ਸਰੋਤ ਤੋਂ ਦੂਰੀ ਅਤੇ ਸਕਰੀਨ ਦੀ ਦੂਰੀ ਨੂੰ ਦਰਸਾਉਂਦੇ ਹਨ, ਉਹ ਇਨਫਾਈਨਾਈਟ ਨਹੀਂ ਹੁੰਦੇ ਹਨ। ਉਹਨਾਂ ਨੂੰ ਅਸਲ ਵਿੱਚ ਉਸ ਸਥਾਨ ਦੇ ਨੇੜੇ ਰੱਖਿਆ ਜਾਂਦਾ ਹੈ ਜਿੱਥੇ ਡਿਫਰੈਕਸ਼ਨ ਹੁੰਦੀ ਹੈ। ਇਸ ਕੇਸ ਵਿੱਚ, ਵੇਵਜ਼ ਨੂੰ ਪਲੇਨ ਵੇਵਜ਼ ਨਹੀਂ ਮੰਨਿਆ ਜਾ ਸਕਦਾ ਹੈ। ਇਸ ਲਈ ਫਰੈਸਨਲ ਡਿਫਰੈਕਸ਼ਨ ਨਾਲ ਡੀਲ ਕਰਨ ਅਤੇ ਥਿਓਰੇਟੀਕਲ ਲੈਵਲ ਫਰਾਨਹੋਫਰ ਡਿਫਰੈਕਸ਼ਨ ਨਾਲ ਡੀਲ ਕਰਨ ਨਾਲੋਂ ਕੁਝ ਜ਼ਿਆਦਾ ਮੁਸ਼ਕਿਲ ਹੈ। ਮੈਂ ਵਿਸ਼ੇਸ਼ ਤੌਰ ਤੇ ਇੱਕ ਸਿੰਗਲ ਸਲਿਟ ਤੋਂ ਪੈਦਾ ਹੋਣ ਵਾਲੇ ਡਿਫਰੈਕਸ਼ਨ ਪੈਟਰਨ ਦੇ ਫਰਾਨਹੋਫਰ ਡਿਫਰੈਕਸ਼ਨ ਤੇ ਧਿਆਨ ਕੇਂਦਰਿਤ ਕਰਨ ਜਾ ਰਿਹਾ ਹਾਂ। ਇਸ ਲਈ, ਇੱਥੇ ਉਸੇ ਚੀਜ਼ ਦਾ ਇੱਕ ਵੱਡਾ ਡਾਇਗਰਾਮ ਹੈ। ਮੈਂ ਇਹ ਮੰਨਦਾ ਹਾਂ ਕਿ ਆਉਣ ਵਾਲੀਆਂ ਵੇਵਜ਼ ਪਲੇਨ ਹਨ, ਅਤੇ ਮੇਰੇ ਕੋਲ ਸਲਿਟ ਦੀ ਚੌੜਾਈ b ਹੈ। ਇਹ ਚੌੜਾਈ b ਹੈ ਜੋ ਚਿੱਤਰ ਵਿੱਚ ਮਾਰਕ ਕੀਤੀ ਗਈ ਹੈ, ਅਤੇ ਇਹ ਥਿਕ ਡਾਰਕ ਲਾਈਨਾਂ ਜੋ ਤੁਸੀਂ ਇੱਥੇ ਵੇਖਦੇ ਹੋ, ਤੁਹਾਡੀ ਸਲਿਟ ਹੈ। ਓਪਨ ਰੀਜਨ ਬਲੈਕ ਰੀਜਨ ਹੈ, ਰੋਸ਼ਨੀ ਨੂੰ ਅੱਗੇ ਜਾਣ ਤੋਂ ਰੋਕ ਦੇਵੇਗਾ। ਅਤੇ ਬਿਲਕੁਲ ਸੱਜੇ ਤੇ, ਮੇਰੇ ਕੋਲ ਇਹ ਸਕਰੀਨ S ਹੈ। ਅਤੇ ਸਵਾਲ ਜੋ ਮੈਂ ਅਕਸਰ ਪੁੱਛਦਾ ਹਾਂ, ਇਹ ਕੀ ਹੈ ਜੋ ਮੈਂ ਸਕਰੀਨ S ਤੇ ਪੋਜੀਸ਼ਨ P ਤੇ ਦੇਖਾਂਗਾ। ਸਾਰੀਆਂ ਵੇਵਜ਼ ਨੂੰ ਫੋਕਸ ਵਿੱਚ ਲਿਆਉਣ ਲਈ ਮੈਂ ਇੱਕ ਲੈਂਸ ਦੀ ਵਰਤੋਂ ਕਰਦਾ ਹਾਂ ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ। ਅਸੀਂ ਕੀ ਕਰਾਂਗੇ?
ਸਲਿਟ ਦੀ ਚੌੜਾਈ ਨੂੰ ਡਿਵਾਈਡ ਕਰਕੇ ਸ਼ੁਰੂ ਕਰਾਂਗੇ। ਇਸ ਦੀ ਸਲਿਟ ਦੀ ਚੌੜਾਈ b ਹੈ। ਅਸੀਂ ਇਸ ਨੂੰ n ਬਰਾਬਰ ਛੋਟੇ ਰੀਜਨ ਵਿੱਚ ਡਿਵਾਈਡ ਕਰਾਂਗੇ ਅਤੇ ਹਰੇਕ ਛੋਟੇ ਰੀਜਨ ਦਾ ਆਕਾਰ ਡੈਲਟਾ ਹੈ। ਪੂਰੀ ਚੌੜਾਈ b ਨੂੰ ਡੈਲਟਾ ਮਲਟੀਪਲਾਈਡ ਬਾਈ n-1 ਲਿਖਿਆ ਜਾ ਸਕਦਾ ਹੈ। ਮੰਨ ਲਓ ਕਿ A1 A2 ਜੋ ਮੇਰੇ ਕੋਲ ਇੱਥੇ ਹੈ, ਇੱਕ ਅਜਿਹਾ ਛੋਟੀ ਚੌੜਾਈ ਵਾਲਾ ਡੈਲਟਾ ਹੈ। ਮੈਂ ਕੀ ਕਰਨ ਜਾ ਰਿਹਾ ਹਾਂ? ਇੱਕ ਕਿਰਨ ਜੋ ਪੁਆਇੰਟ A1 ਤੋਂ ਜਾ ਰਹੀ ਹੈ, ਅਤੇ ਇੱਕ ਹੋਰ ਕਿਰਨ ਜੋ ਪੁਆਇੰਟ A2 ਤੋਂ ਜਾ ਰਹੀ ਹੈ, ਅਤੇ ਇੱਕ ਕਿਰਨ ਜੋ A1 ਤੋਂ ਟਰੈਵਲ ਕਰ ਰਹੀ ਹੈ, ਉਸ ਹਿੱਸੇ ਤੇ ਹੋਰੀਜ਼ੋਨਟਲ ਨਾਲ ਇੱਕ ਐਂਗਲ ਥੀਟਾ ਬਣਾਉਂਦੀ ਹੈ। ਹੁਣ ਜਿਓਮੈਟਰੀ ਨੂੰ ਸਮਝਣ ਲਈ ਇਸ ਰੀਜਨ ਨੂੰ ਥੋੜਾ ਵਿਸਥਾਰ ਨਾਲ ਵੇਖੀਏ। ਮੈਂ ਇਸ ਹਿੱਸੇ ਨੂੰ ਵੱਡਾ ਕੀਤਾ ਹੈ ਅਤੇ ਇਸ ਨੂੰ ਇੱਥੇ ਦਿਖਾਇਆ ਹੈ। ਤਾਂ A1 ਅਤੇ A2 ਜੋ ਤੁਸੀਂ ਇੱਥੇ ਦੇਖ ਸਕਦੇ ਹੋ, ਇੱਕ ਬਲੈਕ ਲਾਈਨ ਬਣਾਈ ਗਈ ਹੈ, ਅਤੇ ਇਸ ਵਿੱਚ ਚੌੜਾਈ ਡੈਲਟਾ ਹੈ, ਜਿਸ ਤਰੀਕੇ ਨਾਲ ਅਸੀਂ ਕੁਝ ਸਮਾਂ ਪਹਿਲਾਂ ਪਛਾਣ ਕੀਤੀ ਸੀ। ਅਤੇ ਬੇਸ਼ੱਕ ਇਹ ਕਿਰਨ ਹੈ ਜੋ ਇੱਥੇ ਇਸ ਤਰ੍ਹਾਂ ਘੁੰਮਦੀ ਹੈ, ਅਤੇ A2 ਤੋਂ ਇੱਕ ਦੂਜੀ ਕਿਰਨ ਹੈ ਜੋ ਇਸ ਡਾਇਰੈਕਸ਼ਨ ਵਿੱਚ ਪੈਦਾ ਹੋ ਰਹੀ ਅਤੇ ਯਾਤਰਾ ਕਰ ਰਹੀ ਹੈ। ਅਤੇ ਹੁਣ ਜੇਕਰ ਮੈਂ ਪੁਆਇੰਟ A1 ਤੋਂ ਇੱਕ ਪਰਪੈਂਡੀਕਿਊਲਰ ਨੂੰ ਇਸ ਕਿਰਨ ਉੱਤੇ ਡ੍ਰੌਪ ਕਰਦਾ ਹਾਂ, ਜੋ A2 ਤੋਂ ਜਾ ਰਹੀ ਹੈ, ਇਹ ਇੱਕ ਐਂਗਲ ਥੀਟਾ ਬਣਾਏਗੀ। ਉਹੀ ਥੀਟਾ ਜੋ ਤੁਸੀਂ ਇੱਥੇ ਦੇਖਦੇ ਹੋ। ਪਾਥ ਡਿਫਰੈਂਸ ਜਿਸ ਵਿੱਚ ਮੇਰੀ ਦਿਲਚਸਪੀ ਹੈ, ਇਸ ਕੁਆਂਟੀਟੀ A2 ਪ੍ਰਾਈਮ ਡੈਲਟਾ ਸਾਈਨ ਥੀਟਾ ਦੁਆਰਾ ਦਿੱਤਾ ਗਿਆ ਹੈ। ਓਨਾ ਹੀ ਸਰਲ ਹੈ। ਹੁਣ ਮੈਨੂੰ ਪਾਥ ਡਿਫਰੈਂਸ ਪਤਾ ਹੈ। ਫੇਜ਼ ਡਿਫਰੈਂਸ ਨੂੰ ਕੈਲਕੁਲੇਟ ਕਰਨਾ ਆਸਾਨ ਹੈ। ਫੇਜ਼ ਡਿਫਰੈਂਸ phi ਇਕੁਅਲ ਟੂ ਪਾਈ ਬਾਈ ਲੈਂਬਡਾ ਮਲਟੀਪਲਾਈਡ ਬਾਈ ਪਾਥ ਡਿਫਰੈਂਸ ਹੈ, ਜੋ ਕਿ ਇਸ ਕੇਸ ਵਿੱਚ ਡੈਲਟਾ ਟਾਈਮਸ ਸਾਈਨ ਥੀਟਾ ਹੈ। ਹੁਣ ਮੈਂ ਜੋ ਪਤਾ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਪੋਜੀਸ਼ਨ A1 ਅਤੇ ਪੋਜੀਸ਼ਨ A2 ਤੋਂ ਨਿਕਲਣ ਵਾਲੀ ਵੇਵ ਦੇ ਕਾਰਨ P ਤੇ ਫੀਲਡ ਕੀ ਹੈ। ਤਾਂ ਮੈਂ ਮੰਨ ਲੈਂਦਾ ਹਾਂ ਕਿ ਕਿਉਂਕਿ ਇਹ ਇੱਕ ਵੇਵ ਹੈ, ਇਹ ਇੱਕ ਵੇਵ ਇਕੁਏਸ਼ਨ ਦਾ ਸੋਲਿਊਸ਼ਨ ਹੋਣਾ ਚਾਹੀਦਾ ਹੈ, ਅਤੇ ਮੈਨੂੰ ਸੋਲਿਊਸ਼ਨ ਨੂੰ A sin omega t ਮੰਨ ਲੈਣ ਦਿਓ। ਇਹ ਉਹ ਚੀਜ਼ ਹੈ ਜੋ ਸਕਰੀਨ ਵੱਲ ਵਧ ਰਹੀ ਹੈ, ਅਤੇ ਉਹ ਵਾਲੀ ਜੋ ਪੋਜੀਸ਼ਨ A2 ਤੋਂ ਪ੍ਰਸਾਰਿਤ ਹੋ ਰਹੀ ਹੈ, ਇਹ ਉਸੇ ਤਰ੍ਹਾਂ A sin omega t ਹੈ। ਪਰ ਪਾਥ ਡਿਫਰੈਂਸ ਦੇ ਕਾਰਨ ਇੱਕ ਫੇਜ਼ ਲੈਗ ਹੈ। ਪਾਥ ਡਿਫਰੈਂਸ A2 ਪ੍ਰਾਈਮ ਦੇ ਕਾਰਨ ਇੱਥੇ ਇੱਕ ਫੇਜ਼ ਲੈਗ ਹੈ, ਅਤੇ ਅਸੀਂ ਪਹਿਲਾਂ ਹੀ ਉਸ ਫੇਜ਼ phi ਦੀ ਗਣਨਾ ਕਰ ਚੁੱਕੇ ਹਾਂ। ਮੈਂ ਇਸ ਨੂੰ A cos omega t ਮਾਈਨਸ phi ਵਜੋਂ ਲੈ ਸਕਦਾ ਹਾਂ। ਅਤੇ ਹੁਣ ਤੁਸੀਂ ਅਸਲ ਵਿੱਚ ਅਜਿਹਾ ਕਰਨਾ ਜਾਰੀ ਰੱਖ ਸਕਦੇ ਹੋ, ਕਿਉਂਕਿ ਜੇਕਰ ਤੁਸੀਂ ਪਿੱਛੇ ਜਾਂਦੇ ਹੋ ਅਤੇ ਇਸ ਚਿੱਤਰ ਨੂੰ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਮੈਂ ਇੱਕ ਪੁਆਇੰਟ A3 ਨੂੰ ਪਰਿਭਾਸ਼ਿਤ ਕੀਤਾ ਹੈ, ਜੋ A2 ਤੋਂ ਡਿਸਟੈਂਸ ਡੈਲਟਾ ਤੇ ਹੈ, ਅਤੇ A4 ਹੋਵੇਗਾ ਜੋ A3 ਤੋਂ ਡਿਸਟੈਂਸ ਡੈਲਟਾ ਤੇ ਹੈ, ਅਤੇ ਇਸ ਤਰ੍ਹਾਂ ਜਿਵੇਂ ਕਿ ਅਸੀਂ ਪਰਿਭਾਸ਼ਿਤ ਕੀਤਾ ਹੈ ਕਿ ਬੇਸਿਕਲੀ ਇਹਨਾਂ n-1 ਗੈਪਸ ਦਾ n ਹੋਵੇਗਾ। ਇਸ ਲਈ ਹਰ ਇੱਕ ਪ੍ਰੀਡਿਸੈਸਰ ਨਾਲ phi ਦਾ ਇੱਕ ਫੇਜ਼ ਡਿਫਰੈਂਸ ਕਾਇਮ ਰੱਖੇਗਾ। ਉਦਾਹਰਨ ਲਈ A3 ਤੋਂ A1 ਤੋਂ ਨਿਕਲਣ ਵਾਲੀ ਵੇਵ ਦੇ ਸੰਬੰਧ ਵਿੱਚ 2 phi ਦੇ ਫੇਜ਼ ਡਿਫਰੈਂਸ ਨੂੰ ਕਾਇਮ ਰੱਖੇਗਾ। ਤਾਂ ਜਿਸ ਕੇਸ ਵਿੱਚ ਮੈਂ A cos omega t ਮਾਈਨਸ 2 phi ਦੇ ਰੂਪ ਵਿੱਚ ਪੋਜੀਸ਼ਨ A3 ਤੋਂ ਸ਼ੁਰੂ ਹੋਣ ਵਾਲੀ ਵੇਵ ਦੇ ਕਰਕੇ P ਤੇ ਫੀਲਡ ਲਿਖ ਸਕਦਾ ਸੀ। ਅਤੇ ਇਸ ਤਰ੍ਹਾਂ ਹੁਣ ਮੈਨੂੰ P ਤੇ ਰਿਜ਼ਲਟੈਂਟ ਨੂੰ ਕੈਲਕੁਲੇਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇੱਥੇ ਇਹ ਵੇਵਜ਼ ਇੱਕ A1 A2 A3 A4 ਅਤੇ ਇਸ ਤਰ੍ਹਾਂ En ਜਾਂ an-1 ਤੱਕ ਆ ਰਹੀਆਂ ਹਨ, ਅਤੇ ਇਹ ਸਾਰੀਆਂ P ਤੇ ਇਕੱਤਰ ਹੋ ਰਹੀਆਂ ਹਨ। ਤਾਂ ਮੈਂ ਜਾਣਨਾ ਚਾਹਾਂਗਾ ਕਿ P ਤੇ ਰਿਜ਼ਲਟੈਂਟ ਫੀਲਡ ਕੀ ਹੈ। ਇਹ ਸਿਰਫ ਇਹਨਾਂ ਸਭ ਦਾ ਇੱਕ ਵੈਕਟਰ ਸਮ ਹੋਵੇਗਾ। A cos phi A cos omega t ਮਾਈਨਸ phi ਆਦਿ, ਜੋ ਮੈਂ ਇੱਥੇ ਲਿਖਿਆ ਹੈ। ਹੁਣ ਮੈਨੂੰ ਇਸ ਸਮ ਨੂੰ ਕਰਨ ਦੀ ਲੋੜ ਹੈ।
ਮੈਂ ਉਸ ਸਮ ਨੂੰ ਇੱਥੇ ਇਸ ਤਰ੍ਹਾਂ ਦੁਬਾਰਾ ਲਿਖਿਆ ਹੈ, a cos omega t plus a cos omega t minus phi, ਅਤੇ ਇਸ ਤਰ੍ਹਾਂ a cos omega t minus n minus 1 phi ਤੱਕ। ਤੁਸੀਂ ਇੱਕ ਜਿਓਮੈਟ੍ਰਿਕ ਸੀਰੀਜ਼ ਤੇ ਵਿਚਾਰ ਕਰਕੇ ਇਸ ਸਮ ਨੂੰ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਕੀ ਕਰ ਸਕਦੇ ਹੋ? ਇਸ ਤਰ੍ਹਾਂ ਕੁਝ ਲਿਖਣਾ, e ਪਾਵਰ i omega t ਮਾਈਨਸ n phi ਅਤੇ ਇਸ ਦਾ ਸਮ n ਸਮਾਲ n 0 ਤੋਂ ਕੈਪੀਟਲ N ਮਾਈਨਸ 1 ਤੱਕ ਜਾ ਰਿਹਾ। ਪਰ ਅਸੀਂ ਇਸ ਕੋਸ ਟਰਮਜ਼ ਨੂੰ ਜੋੜਨਾ ਚਾਹੁੰਦੇ ਹਾਂ, ਪਰ ਇਹ e ਪਾਵਰ i omega t ਪਲਸ ਕੋਸ ਪਲਸ ਹੈ। ਇਹ cos omega t plus i sin omega t ਹੋਵੇਗਾ। ਇਸ ਲਈ ਇਸ ਦਾ ਰੀਅਲ ਪਾਰਟ ਹੈ ਜੋ cos ਟਰਮ ਹੈ, ਅਤੇ ਇਮੈਜਿਨਰੀ ਪਾਰਟ ਜੋ ਕਿ sin ਟਰਮ ਹੈ। ਅੰਤ ਵਿੱਚ ਤੁਹਾਡੇ ਦੁਆਰਾ ਸਮ ਕਰਨ ਤੋਂ ਬਾਅਦ ਤੁਸੀਂ ਜਵਾਬ ਦਾ ਰੀਅਲ ਪਾਰਟ ਲੈਂਦੇ ਹੋ ਜੋ ਤੁਹਾਨੂੰ ਇਹ ਸਮੇਸ਼ਨ ਦੇਵੇਗਾ। ਮੇਰਾ ਮਤਲਬ ਸਿਰਫ ਇੱਕ ਹੋਰ ਸਟੈਪ ਦਰਸਾਉਣਾ ਹੈ ਜੋ ਕੀਤਾ ਜਾਣਾ ਚਾਹੀਦਾ ਹੈ। ਤੁਸੀਂ e ਪਾਵਰ i omega t ਨੂੰ ਆਊਟਸਾਈਡ ਲੈ ਸਕਦੇ ਹੋ ਕਿਉਂਕਿ ਇਹ ਸਮੇਸ਼ਨ n equal to 0 to n minus 1 e ਪਾਵਰ ਮਾਈਨਸ i n phi ਦਾ ਪਾਰਟ ਨਹੀਂ ਹੈ। ਤਾਂ ਇੱਥੇ ਇਹ ਕੁਆਂਟੀਟੀ ਇੱਥੇ ਇਹ ਸਮੇਸ਼ਨ ਇੱਕ ਜਿਓਮੈਟ੍ਰਿਕ ਸੀਰੀਜ਼ ਹੈ। ਇੱਕ ਜਿਓਮੈਟ੍ਰਿਕ ਸੀਰੀਜ਼ ਦੀਆਂ n ਟਰਮਜ਼ ਦਾ ਸਮ ਇੱਕ ਜਾਣੀ ਪਛਾਣੀ ਕੁਆਂਟੀਟੀ ਹੈ। ਉਸ ਸਮ ਨੂੰ ਲਾਗੂ ਕਰੋ, ਤੁਹਾਨੂੰ ਫਾਈਨਲ ਰਿਜ਼ਲਟ ਮਿਲੇਗਾ, ਅਤੇ ਉਸ ਤੋਂ ਬਾਅਦ ਉਸ ਦਾ ਰੀਅਲ ਪਾਰਟ ਲਓ। ਤੁਹਾਨੂੰ ਇਹ ਜਵਾਬ ਪ੍ਰਾਪਤ ਹੋਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੈਂ ਇੰਟੈਂਸਿਟੀ ਕੈਲਕੁਲੇਟ ਕਰਨਾ ਚਾਹੁੰਦਾ ਹਾਂ ਤਾਂ ਮੇਰੀ ਦਿਲਚਸਪੀ ਇਸ ਕੁਆਂਟੀਟੀ A0 ਵਿੱਚ ਹੈ ਜੋ ਐਂਪਲੀਟਿਊਡ ਹੈ, ਅਤੇ ਮੈਂ ਇਸ ਕੁਆਂਟੀਟੀ A0 ਨੂੰ ਐਕਸਟ੍ਰੈਕਟ ਕੀਤਾ ਹੈ। ਤਾਂ ਹੁਣ ਮੈਂ ਇਹ ਮੰਨਣ ਜਾ ਰਿਹਾ ਹਾਂ ਕਿ phi ਕਾਫੀ ਸਮਾਲ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਫਸਟ ਪਲੇਸ ਵਿੱਚ n phi by 2 ਕੀ ਹੈ। ਇਸ ਲਈ n phi by 2 ਲਿਖਿਆ ਗਿਆ ਹੈ। ਅਸੀਂ ਜਾਣਦੇ ਹਾਂ ਕਿ phi ਕੀ ਹੈ। ਬਸ ਹਰ ਚੀਜ਼ ਲਿਖੋ, ਅਤੇ ਜੇਕਰ ਤੁਸੀਂ ਇਹ ਮੰਨ ਲੈਂਦੇ ਹੋ, ਜਾਂ ਇਹ ਲਿਮਿਟ ਲੈਂਦੇ ਹੋ, ਕਿ n tends to infinity, ਜੋ ਕਿ ਇਹ ਕਹਿਣ ਵਾਂਗ ਹੈ ਡਿਵੀਜ਼ਨਸ ਛੋਟੇ ਅਤੇ ਛੋਟੇ ਹੁੰਦੇ ਜਾ ਰਹੇ ਹਨ, ਜਾਂ ਦੂਜੇ ਸ਼ਬਦਾਂ ਵਿੱਚ, ਜਿਸ ਡੈਲਟਾ ਨੂੰ ਅਸੀਂ ਇੱਥੇ ਪਰਿਭਾਸ਼ਿਤ ਕਰਦੇ ਹਾਂ, ਉਹ ਛੋਟਾ ਹੁੰਦਾ ਜਾਂਦਾ ਹੈ ਕਿਉਂਕਿ n tends to infinity ਹੈ। ਸਭ ਤੋਂ ਬਾਅਦ ਡੈਲਟਾ equal to b divided by n minus 1 ਹੋਵੇਗਾ। ਤਾਂ ਜਿਵੇਂ n tends to infinity ਹੈ, b ਪ੍ਰਾਪਤ ਕਰੇਗਾ, ਡੈਲਟਾ 0 ਤੇ ਹੋਵੇਗਾ। ਇਸ ਲਈ ਕਿਹੜਾ ਵਿਚਾਰ ਹੈ ਜੋ ਅਸੀਂ ਇੱਥੇ ਵਰਤਦੇ ਹਾਂ, ਅਤੇ ਇਸ ਕੇਸ ਵਿੱਚ n ਡੈਲਟਾ equal to b ਹੈ। ਅਸੀਂ ਸਿਰਫ b ਨੂੰ ਫਾਰਮੂਲੇ ਵਿੱਚ ਵਾਪਸ ਲਿਖ ਰਹੇ ਹਾਂ, ਅਤੇ ਹੁਣ ਮੇਰੇ ਕੋਲ n phi by 2 ਹੈ, 2b equal to pi by lambda into b sin theta। ਹੁਣ ਜੇਕਰ ਤੁਸੀਂ ਫੇਜ਼ ਡਿਫਰੈਂਸ phi ਦੇ ਲਈ ਲਿਮਿਟ ਡੈਲਟਾ tends to 0 ਲੈਂਦੇ ਹੋ, ਤਾਂ ਇਹ ਹੋਵੇਗਾ ਕਿ ਫੇਜ਼ phi 0 ਤੇ ਜਾਂਦਾ ਹੈ। ਆਖਰਕਾਰ, phi 2 pi by lambda into delta multiplied by sin theta ਹੈ। ਜੇਕਰ ਡੈਲਟਾ 0 ਤੇ ਜਾ ਰਿਹਾ ਹੈ ਤਾਂ phi ਨੂੰ 0 ਤੇ ਜਾਣਾ ਪਵੇਗਾ। ਤਾਂ ਹੁਣ ਇਸ ਸਾਰੀ ਇਨਫੋਰਮੇਸ਼ਨ ਨੂੰ A0 ਵਿੱਚ ਇਕੱਠਾ ਕਰੀਏ। ਇਸ ਲਈ A0 ਇੱਥੇ ਇਹ ਫਾਰਮੂਲਾ ਹੈ ਜੋ ਉਸ ਤੋਂ ਆਇਆ ਹੈ, ਜੋ ਅਸੀਂ ਪਹਿਲਾਂ ਲਿਖਿਆ ਸੀ, ਅਤੇ ਜੋ ਮੈਂ ਇੱਥੇ ਕੀਤਾ ਹੈ ਉਹ ਹੈ n ਨਾਲ ਮਲਟੀਪਲਾਈ ਅਤੇ ਡਿਵਾਈਡ ਕਰਨਾ। ਇਹਨੂੰ n ਨਾਲ ਮਲਟੀਪਲਾਈ ਅਤੇ ਡਿਵਾਈਡ ਕੀਤਾ ਜਾਂਦਾ ਹੈ ਅਤੇ ਫਿਰ ਤੁਹਾਡੇ ਕੋਲ ਉਹ sin n phi by 2 ਹੁੰਦਾ ਹੈ। ਅਤੇ ਕਿਉਂਕਿ ਅਸੀਂ ਲਿਮਿਟ ਡੈਲਟਾ ਟੈਂਡਿੰਗ ਟੂ 0 ਦੇਖਣ ਜਾ ਰਹੇ ਹਾਂ, ਤਾਂ ਉਸ ਕੇਸ ਵਿੱਚ phi tends to 0 ਹੁੰਦਾ ਹੈ, ਤਾਂ sin phi by 2 ਸਿਰਫ phi by 2 ਹੋਵੇਗਾ। ਇਹ ਅਪਰੋਕਸੀਮੇਟਿੰਗ sin theta as theta ਹੈ। ਪਰ ਨਿਊਮਰੇਟਰ ਵਿੱਚ ਅਸੀਂ sin of n phi by 2 ਨੂੰ n phi by 2 ਨਹੀਂ ਲਿਖ ਸਕਦੇ, ਕਿਉਂਕਿ ਜਦੋਂ phi tends to 0 ਹੁੰਦਾ ਹੈ, n phi by 2 tends to 0 ਨਹੀਂ ਹੁੰਦਾ। ਇਸ ਲਈ ਅਸੀਂ ਇਸ ਰਿਲੇਸ਼ਨ ਦੀ ਵਰਤੋਂ ਕਰਨ ਲਈ ਕੀ ਕਰਦੇ ਹਾਂ, ਜੋ ਅਸੀਂ ਹੁਣੇ n phi by 2 ਲਈ ਕੈਲਕੁਲੇਟ ਕੀਤਾ ਹੈ। ਤੁਸੀਂ ਇਸ ਨੂੰ ਇਸ ਇਕੁਏਸ਼ਨ ਵਿੱਚ ਜੋੜਦੇ ਹੋ, ਅਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਕੈਂਸਲ ਹੋ ਜਾਣਗੀਆਂ, ਅਤੇ ਹੁਣ ਤੁਸੀਂ ਇਸ ਐਕਸਪ੍ਰੈਸ਼ਨ ਨੂੰ A0 as ਸਮਾਲ a ਟਾਈਮਸ n sin beta by beta ਲਈ ਲਿਖ ਸਕਦੇ ਹੋ, ਜਿੱਥੇ ਬੀਟਾ ਇਹ ਕੁਆਂਟੀਟੀ ਹੈ ਜੋ pi ਟਾਈਮਸ b ਮਲਟੀਪਲਾਈਡ by sin theta by lambda ਹੈ। ਹੁਣ ਮੈਂ y ਲਈ ਐਕਸਪ੍ਰੈਸ਼ਨ ਲਿਖ ਸਕਦਾ ਹਾਂ, ਤਾਂ ਇਹ equal to n into sin beta by beta ਹੈ। ਤਾਂ ਇਹ ਮੇਰਾ ਐਂਪਲੀਟਿਊਡ A0 ਟਾਈਮਸ ਹੈ ਦੂਜੀ ਟਰਮ ਜੋ ਕਿ cos ਟਰਮ ਹੈ। ਇੰਟੈਂਸਿਟੀ ਡਿਸਟ੍ਰੀਬਿਊਸ਼ਨ
ਇਸ ਕੁਆਂਟੀਟੀ ਦਾ ਸਿਰਫ ਸਕੁਏਅਰ ਹੈ। ਇਸ ਲਈ ਮੈਂ ਇਸ ਨੂੰ I0 ਇਨਟੂ ਸਾਈਨ ਸਕੁਏਅਰ ਬੀਟਾ ਬਾਏ ਬੀਟਾ ਸਕੁਏਅਰ ਦੇ ਰੂਪ ਵਿੱਚ ਲਿਖ ਸਕਦਾ ਹਾਂ। ਹੁਣ ਤੁਸੀਂ ਪੁੱਛ ਸਕਦੇ ਹੋ ਕਿ ਇਹ ਮੈਨੂੰ ਇੱਕ ਡਾਰਕ ਫਰਿੰਜ ਕਦੋਂ ਦੇਵੇਗਾ, ਇਹ ਮੈਨੂੰ ਇੱਕ ਬ੍ਰਾਈਟ ਫਰਿੰਜ ਕਦੋਂ ਦੇਵੇਗਾ। ਤਾਂ ਪਹਿਲਾ ਕੇਸ ਇਹ ਹੈ ਕਿ ਇੰਟੈਂਸਿਟੀ 0 ਜਾਂ ਡਾਰਕ ਫਰਿੰਜ ਕਦੋਂ ਹੋਵੇਗੀ। ਇਸ ਲਈ ਅਜਿਹਾ ਹੋਵੇਗਾ ਜੇਕਰ ਤੁਸੀਂ ਇਸ ਫਾਰਮੂਲੇ ਤੋਂ ਦੇਖ ਸਕਦੇ ਹੋ। ਜੇਕਰ ਬੀਟਾ ਇਕੁਅਲ ਟੂ m ਟਾਈਮਸ ਪਾਈ ਹੈ, m ਇੱਕ ਇੰਟੀਜਰ ਹੈ। ਪਰ m 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇਕਰ m 0 ਦੇ ਬਰਾਬਰ ਹੁੰਦਾ ਹੈ, ਤਾਂ ਇਸ ਮਾਮਲੇ ਵਿੱਚ ਡਿਨੋਮੀਨੇਟਰ ਵੀ 0 ਹੋ ਜਾਵੇਗਾ, ਜੋ ਮੈਨੂੰ ਇਹ ਕੰਡੀਸ਼ਨ ਦਿੰਦਾ ਹੈ ਕਿ ਇੰਟੈਂਸਿਟੀ ਮਿਨਮਾ ਲਈ b sin ਥੀਟਾ ਇਕੁਅਲ ਟੂ m ਲੈਂਬਡਾ ਹੋਣਾ ਚਾਹੀਦਾ ਹੈ। ਅਤੇ ਇੱਥੇ m ਦੁਬਾਰਾ ਹੈ ਇੰਟੀਜਰ ਪਲਸ ਜਾਂ -1 ਪਲਸ ਜਾਂ -2 ਅਤੇ ਹੋਰ। ਹੁਣ ਕੀ ਹੁੰਦਾ ਹੈ ਜੇਕਰ m ਇਕੁਅਲ ਟੂ 0 ਹੈ, ਉਸ ਕੇਸ ਵਿੱਚ ਬੀਟਾ ਇਕੁਅਲ ਟੂ 0 ਹੈ। ਤੁਸੀਂ ਇਸ ਫਾਰਮੂਲੇ ਵਿੱਚ m ਇਕੁਅਲ ਟੂ 0 ਰੱਖ ਸਕਦੇ ਹੋ। ਬੀਟਾ ਇਕੁਅਲ ਟੂ 0 ਹੋਵੇਗਾ ਅਤੇ ਉਸ ਲਿਮਿਟ ਵਿੱਚ ਇਹ ਕੁਆਂਟੀਟੀ ਸਾਈਨ ਸਕੁਏਅਰ ਬੀਟਾ ਬਾਏ ਬੀਟਾ ਸਕੁਏਅਰ 1 ਹੋ ਜਾਂਦੀ ਹੈ। ਅਤੇ ਮੇਰੇ ਕੋਲ ਇੱਕ ਮੈਕਸਿਮਾ ਹੈ। ਕੇਂਦਰ ਵਿੱਚ ਇੱਕ ਮੈਕਸਿਮਾ m ਇਕੁਅਲ ਟੂ 0 ਹੈ। ਜੇਕਰ ਮੈਂ ਬੀਟਾ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਇੰਟੈਂਸਿਟੀ ਨੂੰ ਪਲੋਟ ਕਰਦਾ ਹਾਂ, ਤਾਂ m ਇਕੁਅਲ ਟੂ 0 ਤੇ ਇੱਕ ਮੈਕਸਿਮਾ ਹੋਵੇਗਾ, ਜੋ ਕਿ ਇਹ ਪੁਆਇੰਟ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਅਤੇ ਫਿਰ ਇੱਥੇ ਇੱਕ ਡਿਕੇ ਹੋਵੇਗਾ ਅਤੇ ਸਕੁਏਅਰ ਆਫ ਸਾਈਨ ਬੀਟਾ ਬਾਏ ਬੀਟਾ ਦੀ ਫੋਰਮ ਦਾ ਡਿਕੇ ਕੇਸ ਹੋਵੇਗਾ। ਇਹ ਉਸ ਕਿਸਮ ਦੇ ਇੰਟੈਂਸਿਟੀ ਪੈਟਰਨ ਵਰਗਾ ਦਿਸਦਾ ਹੈ ਜੋ ਅਸੀਂ ਪਹਿਲਾਂ ਸਾਈਨ ਥੀਟਾ ਬਾਏ ਥੀਟਾ ਦੀ ਫੋਰਮ ਵਿੱਚ ਦੇਖਿਆ ਹੈ, ਪਰ ਇਹ ਉਸ ਕੁਆਂਟੀਟੀ ਦਾ ਸਕੁਏਅਰ ਹੈ। ਅੱਗੇ ਅਸੀਂ ਉਸ ਪ੍ਰੋਬਲਮ ਵੱਲ ਜਾਵਾਂਗੇ ਜੋ ਅਸੀਂ ਇਸ ਆਖਰੀ ਮੋਡਿਊਲ ਵਿੱਚ ਲੈਣ ਦਾ ਫੈਸਲਾ ਕੀਤਾ ਹੈ। ਇੱਕ ਫੈਬਰੀ ਪੈਰੋਟ ਇੰਟਰਫੇਰੋਮੀਟਰ ਦੀ ਰਿਜ਼ੋਲਵਿੰਗ ਪਾਵਰ। ਇਸ ਲਈ ਮੈਂ ਬਹੁਤ ਜਲਦੀ ਨਾਲ ਫੈਬਰੀ ਪੈਰੋਟ ਇੰਟਰਫੇਰੋਮੀਟਰ ਬਾਰੇ ਦੱਸਦਾ ਹਾਂ। ਇਸ ਵਿੱਚ ਇਹ ਇਟਾਲੋਨ ਹੁੰਦਾ ਹੈ, ਇੱਕ ਡਾਇਰੈਕਸ਼ਨ ਤੋਂ ਰੋਸ਼ਨੀ ਆਉਂਦੀ ਹੈ ਅਤੇ ਇਹ ਮਲਟੀਪਲ ਰਿਫਲੈਕਸ਼ਨਸ ਤੋਂ ਗੁਜ਼ਰਦਾ ਹੈ ਅਤੇ ਦੂਜੇ ਪਾਸੇ ਪਾਰਸ਼ੀਅਲ ਟਰਾਂਸਮਿਸ਼ਨ ਵੀ ਕਰਦਾ ਹੈ। ਤੁਸੀਂ ਇਹ ਸਵਾਲ ਪੁੱਛ ਰਹੇ ਹੋ ਕਿ ਇਟਾਲੋਨ ਤੋਂ ਬਾਹਰ ਨਿਕਲਣ ਵਾਲੇ ਕਈ ਬੀਮ ਦੇ ਕਾਰਨ ਮੈਂ ਦੂਜੇ ਪਾਸੇ ਕੀ ਦੇਖਾਂਗਾ? ਇਹ ਸਵਾਲ ਹੈ। ਇਸ ਲਈ ਅਸੀਂ ਫੈਬਰੀ ਪੈਰੋਟ ਇੰਟਰਫੇਰੋਮੀਟਰ ਲਈ ਰਿਜ਼ਲਟ ਕੱਢਿਆ। ਅਸੀਂ ਖਾਸ ਤੌਰ ਤੇ ਦੇਖਿਆ ਹੈ ਕਿ ਇਸ ਦੀ ਬਹੁਤ ਜ਼ਿਆਦਾ ਸੈਂਸਿਟੀਵਿਟੀ ਹੈ, ਇਸ ਅਰਥ ਵਿੱਚ ਕਿ ਜਦੋਂ ਤੁਸੀਂ ਇੰਟਰਫੇਰੈਂਸ ਆਰਡਰ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਇੰਟੈਂਸਿਟੀ ਨੂੰ ਪਲੋਟ ਕਰਦੇ ਹੋ, ਤਾਂ ਉਹਨਾਂ ਮਾਮਲਿਆਂ ਲਈ ਪੀਕਸ ਬਹੁਤ ਸ਼ਾਰਪ ਹੁੰਦੀਆਂ ਹਨ ਜਦੋਂ ਰਿਫਲੈਕਸ਼ਨ ਕੋਐਫੀਸ਼ੀਐਂਟ ਕੈਪੀਟਲ R ਕਾਫੀ ਵੱਡਾ ਹੁੰਦਾ ਹੈ। ਪਰ ਅਸੀਂ ਹੁਣ ਰਿਜ਼ੋਲਵਿੰਗ ਪਾਵਰ ਕੀ ਹੈ ਸਵਾਲ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ ਸਵਾਲ ਇਹ ਹੈ, ਜੇਕਰ ਤੁਸੀਂ ਇਸ ਇੰਟਰਫੇਰੋਮੀਟਰ ਤੇ ਵਾਪਸ ਜਾਂਦੇ ਹੋ, ਮੰਨ ਲਓ ਕਿ ਮੇਰੇ ਕੋਲ ਲਾਈਟ ਦੀਆਂ ਦੋ ਵੇਵਲੈਂਥਸ ਹਨ ਜੋ ਇਟਾਲੋਨ ਵਿੱਚ ਦਾਖਲ ਹੁੰਦੀਆਂ ਹਨ ਅਤੇ ਵਿਅਕਤੀਗਤ ਤੌਰ ਤੇ ਉਹ ਦੋਵੇਂ ਵੱਖਰੇ ਇੰਟਰਫੇਰੈਂਸ ਪੈਟਰਨ ਬਣਾਉਣਗੇ, ਜਿਵੇਂ ਕਿ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ। ਅਤੇ ਜੇਕਰ ਤੁਸੀਂ ਇਹ ਮੰਨਦੇ ਹੋ ਕਿ ਦੋ ਵੇਵਲੈਂਥ ਇੱਕ ਦੂਜੇ ਦੇ ਬਹੁਤ ਨੇੜੇ ਹਨ, ਤਾਂ ਸਵਾਲ ਇਹ ਹੈ ਕਿ ਕੀ ਮੈਂ ਉਹਨਾਂ ਨੂੰ ਹੱਲ ਕਰ ਸਕਦਾ ਹਾਂ? ਕੀ ਮੈਂ ਉਹਨਾਂ ਨੂੰ ਫੈਬਰੀ ਪੈਰੋਟ ਇੰਟਰਫੇਰੋਮੀਟਰ ਦੇ ਕਾਰਨ ਇੰਟਰਫੇਰੈਂਸ ਪੈਟਰਨ ਵਿੱਚ ਸੈਪਰੇਟ ਪੀਕਸ ਵਜੋਂ ਦੇਖ ਸਕਦਾ ਹਾਂ? ਇੱਥੇ ਮੈਂ ਇੰਟੈਂਸਿਟੀ ਵਰਸਸ ਆਰਡਰ ਫਿਗਰ ਨੂੰ ਬਣਾਇਆ ਹੈ। ਇਹ ਕੰਟੀਨਿਊਸ ਕਰਵ ਲਾਈਟ ਲੈਂਬਡਾ ਦੀ ਵੇਵਲੈਂਥ ਜਾਂ ਵੇਵਲੈਂਥ ਲੈਂਬਡਾ ਦੁਆਰਾ ਪੈਦਾ ਕੀਤੀ ਇੰਟਰਫੇਰੈਂਸ ਲਈ ਹੈ ਅਤੇ ਦੂਜੀ ਡੈਸ਼ਡ ਲਾਈਨ ਵੇਵਲੈਂਥ ਲੈਂਬਡਾ ਮਾਈਨਸ ਡੈਲਟਾ ਲੈਂਬਡਾ ਦੁਆਰਾ ਇੰਟਰਫੇਰੈਂਸ ਪੈਦਾ ਕਰਨ ਲਈ ਹੈ। ਉਹ ਆਰਡਰ m ਦੀ ਸਪੇਸ ਵਿੱਚ ਇੱਕ ਸਮਾਲ ਡਿਸਟੈਂਸ ਡੈਲਟਾ m ਦੁਆਰਾ ਆਫਸੈਟ ਹੁੰਦੇ ਹਨ। ਅਸੀਂ ਕਹਾਂਗੇ ਕਿ ਸਾਡੇ ਉਦੇਸ਼ਾਂ ਲਈ ਫਰਿੰਜਸ ਨੂੰ ਚੰਗੀ ਤਰ੍ਹਾਂ ਹੱਲ ਕੀਤਾ ਜਾਂਦਾ ਹੈ ਜਦੋਂ ਉਹ ਇੱਕ ਦੂਜੇ ਨੂੰ I ਇਕੁਅਲ ਟੂ I max by 2 ਤੇ ਕ੍ਰੋਸ ਕਰਦੇ ਹਨ। y ਐਕਸਿਸ ਤੇ I ਇੰਟੈਂਸਿਟੀ ਹੈ, ਤਾਂ ਮੇਰੇ ਕੋਲ ਇਹ ਦੋ ਫਰਿੰਜ ਹਨ, ਇੱਕ ਕੰਟੀਨਿਊਸ ਕਰਵ ਵਾਲਾ ਅਤੇ ਇੱਕ ਡੈਸ਼ਡ ਕਰਵ ਵਾਲਾ। ਜਦੋਂ ਉਹ ਪੀਕ ਇੰਟੈਂਸਿਟੀ ਦੀਆਂ ਹਾਫ ਵੈਲਿਊਜ਼ ਨੂੰ ਵੱਖ ਕਰਦੇ ਹਨ, ਪੀਕ ਇੰਟੈਂਸਿਟੀ ਦੋਵਾਂ ਲਈ I max ਹੈ ਅਤੇ ਉਹਨਾਂ ਦੀਆਂ ਹਾਫ ਵੈਲਿਊਜ਼ ਉਹ ਇਸ ਪੁਆਇੰਟ ਤੇ ਕ੍ਰੋਸ ਕਰਦੇ ਹਨ। ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਅਸੀਂ ਕਹਾਂਗੇ ਕਿ ਸਾਡੇ ਲਈ ਦੋ ਨਜ਼ਦੀਕੀ ਵੇਵਲੈਂਥ ਨੂੰ ਹੱਲ ਕਰਨ ਲਈ ਮਾਪਦੰਡ ਹੈ। ਇੱਥੇ ਸਟਾਰਟਿੰਗ ਪੁਆਇੰਟ ਇੰਟੈਂਸਿਟੀ ਫਾਰਮੂਲਾ ਟਰਾਂਸਮਿਟਡ ਇੰਟੈਂਸਿਟੀ ਹੈ।
ਜੋ ਅਸੀਂ ਪਿਛਲੇ ਮੋਡਿਊਲ ਵਿੱਚ ਪੂਰੀ ਤਰ੍ਹਾਂ ਪ੍ਰਾਪਤ ਕੀਤੀ ਹੈ। ਜੇਕਰ ਮੈਂ t ਸਕੁਏਅਰ ਬਾਏ 1 ਮਾਈਨਸ r ਸਕੁਏਅਰ ਨੂੰ i ਮੈਕਸ ਵਜੋਂ ਪਛਾਣਦਾ ਹਾਂ, ਤਾਂ ਇਹ ਪੂਰਾ ਫਾਰਮੂਲਾ, ਜਿਸ ਵਿੱਚ it ਹੈ, ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਇੱਥੇ ਇਹ ਅੰਡਰਸਕੋਰ t ਸਮਾਲ t ਟਰਾਂਸਮਿਟਡ ਬੀਮ ਦੀ ਇੰਟੈਂਸਿਟੀ ਨੂੰ ਦਰਸਾਉਣਾ ਹੈ। ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਜੇਕਰ ਡੈਲਟਾ ਇਕੁਅਲ ਟੂ 0 ਹੈ, ਜੇਕਰ ਫੇਜ਼ ਡਿਫਰੈਂਸ 0 ਹੈ, ਤਾਂ it ਇਕੁਅਲ ਟੂ i ਮੈਕਸ ਹੈ, ਕਿਉਂਕਿ ਜੇਕਰ ਡੈਲਟਾ ਇਕੁਅਲ ਟੂ 0 ਹੈ, ਤਾਂ ਡਿਨੋਮੀਨੇਟਰ ਵਿੱਚ ਇਹ ਪੂਰੀ ਟਰਮ 0 ਹੋ ਜਾਵੇਗੀ, ਅਤੇ ਇਹ ਇਸ ਨੂੰ ਡਿਨੋਮੀਨੇਟਰ ਵਿੱਚ ਕੇਵਲ 1 ਦੇ ਨਾਲ ਛੱਡ ਦੇਵੇਗਾ। it ਇਕੁਅਲ ਟੂ i ਮੈਕਸ ਹੈ। ਦੂਜੇ ਪਾਸੇ, ਜੇਕਰ ਇਹ ਪੂਰੀ ਟਰਮ 1 ਦੇ ਬਰਾਬਰ ਹੈ, ਤਾਂ ਉਸ ਕੇਸ ਵਿੱਚ ਟਰਾਂਸਮਿਟਡ ਇੰਟੈਂਸਿਟੀ ਇਕੁਅਲ ਟੂ i ਮੈਕਸ ਬਾਏ 2 ਹੈ। ਅਤੇ ਅਸੀਂ ਕੀ ਜਾਣਦੇ ਹਾਂ ਕਿ ਇਸ ਕਿਸਮ ਦੇ ਫਰਿੰਜਸ ਤਾਂ ਹੀ ਦਿਖਾਈ ਦਿੰਦੇ ਹਨ ਜੇਕਰ ਫੇਜ਼ ਡਿਫਰੈਂਸ ਕਾਫੀ ਛੋਟਾ ਹੋਵੇ, ਜਾਂ ਹੋਰ 0 ਤੇ ਜਾਣ ਵਾਲੇ ਡੈਲਟਾ ਦੀ ਲਿਮਿਟ ਵਿੱਚ ਸਾਨੂੰ ਕੰਮ ਕਰਨ ਦੀ ਲੋੜ ਹੈ। ਇਸ ਸਥਿਤੀ ਵਿੱਚ ਮੈਂ ਹਮੇਸ਼ਾ ਅਪਰੋਕਸੀਮੇਟ ਸਾਈਨ ਡੈਲਟਾ ਬਾਏ 2 ਟੂ ਬੀ ਇਕੁਅਲ ਟੂ ਡੈਲਟਾ ਬਾਏ 2 ਕਰ ਸਕਦਾ ਹਾਂ। ਫਿਰ ਮੈਂ ਇਸ ਟਰਮ ਨੂੰ ਵੇਖਦਾ ਹਾਂ, ਜੋ 4r ਇਨਟੂ ਸਾਈਨ ਸਕੁਏਅਰ ਡੈਲਟਾ ਬਾਏ 2 ਡਿਵਾਈਡਡ ਬਾਏ 1 ਮਾਈਨਸ r ਸਕੁਏਅਰ ਹੈ। ਮੈਂ ਬਸ ਇਹ ਕੀਤਾ ਹੈ ਕਿ ਸਾਈਨ ਸਕੁਏਅਰ ਡੈਲਟਾ ਬਾਏ 2 ਬਾਏ ਡੈਲਟਾ ਸਕੁਏਅਰ ਬਾਏ 4 ਦਾ ਅੰਦਾਜ਼ਾ ਲਗਾਉਣਾ ਹੈ। ਬਸ ਇਸ ਲਈ ਕਿ ਸਾਈਨ ਡੈਲਟਾ ਬਾਏ 2 ਇਕੁਅਲ ਟੂ ਡੈਲਟਾ ਬਾਏ 2 ਹੈ, ਅਤੇ ਇਸ ਕੁਆਂਟਿਟੀ ਦਾ ਸਕੁਏਅਰ ਡੈਲਟਾ ਬਾਏ 2 ਹੋਲ ਸਕੁਏਅਰ, ਜੋ ਕਿ ਡੈਲਟਾ ਸਕੁਏਅਰ ਬਾਏ 4 ਹੈ। ਹੁਣ, ਮੈਂ ਇਹ ਪਤਾ ਲਗਾਉਣਾ ਚਾਹੁੰਦਾ ਹਾਂ ਕਿ ਡੈਲਟਾ ਦੀ ਵੈਲਿਊ ਕੀ ਹੈ ਜੇਕਰ ਇਹ 1 ਦੇ ਬਰਾਬਰ ਹੋਣਾ ਹੈ। ਅਜਿਹਾ ਕਰਨਾ ਬਹੁਤ ਆਸਾਨ ਹੈ, ਇਸ ਲਈ ਡੈਲਟਾ ਸਕੁਏਅਰ ਬਾਏ 4 ਇਸ ਕੇਸ ਵਿੱਚ ਇਕੁਅਲ ਟੂ 1 ਮਾਈਨਸ r ਹੋਲ ਸਕੁਏਅਰ ਡਿਵਾਈਡਡ ਬਾਏ 4r ਹੋਵੇਗਾ। ਤੁਸੀਂ 4 ਅਤੇ 4 ਨੂੰ ਕੈਂਸਲ ਕਰ ਸਕਦੇ ਹੋ। ਇਸ ਲਈ ਡੈਲਟਾ ਹਾਫ, ਜੇਕਰ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਹਿੰਦੇ ਹਾਂ, ਤਾਂ ਇਹ ਇਸ ਦੇ ਸਕੁਏਅਰ ਰੂਟ ਦੇ ਬਰਾਬਰ ਹੋਵੇਗਾ, ਅਤੇ ਇਹ 1 ਮਾਈਨਸ r ਡਿਵਾਈਡਡ ਬਾਏ ਸਕੁਏਅਰ ਰੂਟ ਆਫ r ਹੋਵੇਗਾ। ਇਹ ਫੇਜ਼ ਚੇਂਜ ਹੁੰਦਾ ਹੈ ਜਦੋਂ ਇਹ ਕੁਆਂਟਿਟੀ 4r ਇਨਟੂ ਸਾਈਨ ਸਕੁਏਅਰ ਡੈਲਟਾ ਬਾਏ 2 ਡਿਵਾਈਡਡ ਬਾਏ 1 ਮਾਈਨਸ r ਸਕੁਏਅਰ ਇਕੁਅਲਸ 1 ਹੁੰਦੀ ਹੈ, ਅਤੇ ਇਹ ਉਹ ਕੰਡੀਸ਼ਨ ਹੈ ਜਦੋਂ it i ਮੈਕਸ ਬਾਏ 2 ਹੁੰਦਾ ਹੈ। ਅਸਲ ਵਿੱਚ ਇਹ ਉਹ ਕੰਡੀਸ਼ਨ ਹੈ ਜਦੋਂ ਅਸੀਂ ਕਹਾਂਗੇ ਕਿ ਦੋ ਵੇਵਲੈਂਥ ਚੰਗੀ ਤਰ੍ਹਾਂ ਹੱਲ ਕੀਤੀਆਂ ਗਈਆਂ ਹਨ, ਜੋ ਅਸੀਂ ਜਾਣਦੇ ਹਾਂ ਕਿ ਇੰਟਰਫੇਰੈਂਸ ਦੇ mth ਆਰਡਰ ਲਈ 2d cos ਥੀਟਾ ਹੈ। m ਲੈਬਡਾ ਦੁਬਾਰਾ ਪਿਛਲੇ ਲੈਕਚਰ ਦਾ ਹਵਾਲਾ ਦਿਓ। ਅਸੀਂ ਇਹ 2d cos ਥੀਟਾ m ਲੈਂਬਡਾ ਦੇਖਿਆ ਹੈ, ਜਿਸ ਨੂੰ ਅਸੀਂ ਇਸ ਦੇ ਪੂਰੇ ਵੇਰਵੇ ਵਿੱਚ ਲਿਆ ਹੈ। ਇੱਥੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ d ਅਤੇ ਥੀਟਾ ਦੋਵੇਂ ਕੌਨਸਟੈਂਟ ਹਨ। ਹੁਣ ਉਸ ਕੇਸ ਵਿੱਚ ਜੇਕਰ ਮੈਂ ਦੋਵਾਂ ਪਾਸਿਆਂ ਤੋਂ ਵੇਰੀਏਸ਼ਨ ਲਈ ਪੁੱਛਦਾ ਹਾਂ, ਜਾਂ ਦੂਜੇ ਸ਼ਬਦਾਂ ਵਿੱਚ ਮੈਂ ਡੈਲਟਾ ਲੈਂਦਾ ਹਾਂ, ਇਹ ਡੈਲਟਾ ਮੂਲ ਰੂਪ ਵਿੱਚ ਕੁਆਂਟੀਟੀਜ਼ ਦਾ ਵੇਰੀਏਸ਼ਨ ਲੈਣ ਦੀ ਤਰ੍ਹਾਂ ਹੈ ਜੋ ਵੇਰੀਏਬਲ ਹਨ। ਡੈਲਟਾ ਆਫ 2d cos ਥੀਟਾ 0 ਹੋਵੇਗਾ ਕਿਉਂਕਿ d ਇੱਕ ਕੌਨਸਟੈਂਟ ਹੈ, ਥੀਟਾ ਇੱਕ ਕੌਨਸਟੈਂਟ ਹੈ। ਉਹ ਵੱਖ-ਵੱਖ ਹੋ ਸਕਦੇ ਹਨ, ਇਸ ਲਈ ਲੈਫਟ ਹੈਂਡ ਸਾਈਡ 0 ਹੈ। ਪਰ ਜੇਕਰ ਮੈਂ ਡੈਲਟਾ ਆਫ m ਲੈਂਬਡਾ ਲੈਂਦਾ ਹਾਂ, ਜੋ ਮੇਰੇ ਕੋਲ ਇੱਥੇ ਹੈ, ਤਾਂ ਉਸ ਸਥਿਤੀ ਵਿੱਚ ਤੁਸੀਂ ਕੈਲਕੁਲੇਟ ਕਰ ਸਕਦੇ ਹੋ ਕਿਉਂਕਿ m ਅਤੇ ਲੈਂਬਡਾ ਦੋਵੇਂ ਵੇਰੀਏਬਲ ਹਨ। ਇਹ m ਇਨਟੂ ਡੈਲਟਾ ਲੈਂਬਡਾ ਪਲਸ ਲੈਂਬਡਾ ਇਨਟੂ ਡੈਲਟਾ m ਹੋਵੇਗਾ, ਅਤੇ ਲੈਫਟ ਹੈਂਡ ਸਾਈਡ 0 ਹੈ। ਉਹ ਕੁਆਂਟਿਟੀ ਪੂਰੀ ਤਰ੍ਹਾਂ 0 ਦੇ ਬਰਾਬਰ ਹੈ। ਸਿੰਪਲ ਮੈਨੀਪੁਲੇਸ਼ਨ ਦੁਆਰਾ ਤੁਸੀਂ m ਡੈਲਟਾ m ਲੈਂਬਡਾ ਅਤੇ ਡੈਲਟਾ ਲੈਂਬਡਾ ਵਿਚਕਾਰ ਰਿਲੇਸ਼ਨ ਪ੍ਰਾਪਤ ਕਰੋਗੇ। ਦੂਜੇ ਸ਼ਬਦਾਂ ਵਿੱਚ, ਹੁਣ ਅਸੀਂ ਜਾਣਦੇ ਹਾਂ ਕਿ ਵੇਵਲੈਂਥ ਵਿੱਚ ਕਿੰਨੀ ਤਬਦੀਲੀ ਕਰਮ ਵਿੱਚ ਕਿੰਨੀ ਤਬਦੀਲੀ ਨਾਲ ਮੇਲ ਖਾਂਦੀ ਹੈ। ਵਿਚਕਾਰ ਇਹ ਰਿਲੇਸ਼ਨ ਹੈ। ਪਰ ਅਸੀਂ ਕੀ ਜਾਣਦੇ ਹਾਂ, ਜੇਕਰ ਡੈਲਟਾ m ਇਕੁਅਲ ਟੂ 1 ਹੈ ਤਾਂ ਫੇਜ਼ ਚੇਂਜ 2 ਪਾਈ ਹੈ। ਇਸ ਲਈ ਇਸ ਚਿੱਤਰ ਤੇ ਵਾਪਸ ਜਾਓ। ਇਸ ਲਈ ਮੇਰੇ ਕੋਲ ਇੱਥੇ m ਹੈ, ਅਤੇ ਮੇਰੇ ਕੋਲ ਇੱਥੇ m ਪਲਸ 1 ਹੈ। ਜੇਕਰ m ਯੂਨਿਟ ਵੈਲਿਊ ਦੁਆਰਾ ਬਦਲਦਾ ਹੈ, ਤਾਂ ਫੇਜ਼ ਚੇਂਜ 2 ਪਾਈ ਹੁੰਦਾ ਹੈ। ਹੁਣ ਜੇਕਰ ਫੇਜ਼ ਚੇਂਜ 2 ਇਨਟੂ ਡੈਲਟਾ ਆਫ ਸਮ ਨੰਬਰ ਹੈ ਜੋ ਅਸੀਂ ਜਾਣਦੇ ਹਾਂ, ਤਾਂ ਇਹ ਕਿਸ ਡੈਲਟਾ m ਨਾਲ ਮੇਲ ਖਾਂਦਾ ਹੈ? ਇਹ ਸਵਾਲ ਹੈ, ਅਤੇ ਇਹ ਬਹੁਤ ਆਸਾਨ ਹੈ। ਡੈਲਟਾ m 2 ਟਾਈਮਸ ਡੈਲਟਾ ਹਾਫ ਡਿਵਾਈਡਡ ਬਾਈ 2 ਪਾਈ ਹੈ, ਅਤੇ ਰਿਜ਼ੋਲਵਿੰਗ ਪਾਵਰ ਸਟੈਂਡਰਡ ਪਰਿਭਾਸ਼ਾ ਦੀ ਪਰਿਭਾਸ਼ਾ
ਲੈਂਬਡਾ ਬਾਈ ਡੈਲਟਾ ਲੈਂਬਡਾ। ਜਦੋਂ ਮੈਂ ਕਹਿੰਦਾ ਹਾਂ ਕਿ ਰਿਜ਼ੋਲਵਿੰਗ ਪਾਵਰ ਲਾਰਜ ਹੈ, ਇਸ ਦਾ ਮਤਲਬ ਹੈ ਕਿ ਮੈਂ ਦੋ ਵੇਵਲੈਂਥ ਵਿਚਕਾਰ ਫਰਕ ਕਰ ਸਕਦਾ ਹਾਂ ਜੋ ਕਿ ਡੈਲਟਾ ਲੈਂਬਡਾ ਦੁਆਰਾ ਵੱਖਰਾ ਹੈ। ਇਸ ਲਈ ਡੈਲਟਾ ਲੈਂਬਡਾ ਛੋਟਾ ਹੈ, ਜਾਂ ਡੈਲਟਾ ਲੈਂਬਡਾ, ਜਿਸ ਨੂੰ ਮੈਂ ਬਿਹਤਰ ਢੰਗ ਨਾਲ ਵੱਖ ਕਰ ਸਕਦਾ ਹਾਂ, ਉਹ ਰੈਜ਼ੋਲੂਸ਼ਨ ਹੈ। ਤੁਸੀਂ ਦੇਖ ਸਕਦੇ ਹੋ ਕਿ ਡੈਲਟਾ ਲੈਂਬਡਾ ਬਾਈ ਲੈਂਬਡਾ ਇਕੁਅਲ ਟੂ ਡੈਲਟਾ ਐਮ ਬਾਈ ਐਮ ਹੋਵੇਗਾ। ਅਤੇ ਕਿਉਂਕਿ ਅਸੀਂ ਮੈਗਨੀਟਿਊਡ ਵਿੱਚ ਦਿਲਚਸਪੀ ਰੱਖਦੇ ਹਾਂ, ਅਸੀਂ ਨੈਗੇਟਿਵ ਸਾਈਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। m ਬਾਈ ਡੈਲਟਾ x ਦੇ ਮੋਡਿਊਲ ਨੂੰ ਲਓ, ਤਾਂ ਸਾਨੂੰ ਸਿਰਫ ਵੈਲਿਊ ਦੇਣ ਦੀ ਲੋੜ ਹੈ। ਇਸ ਲਈ m ਆਰਡਰ ਹੈ, ਅਤੇ ਡੈਲਟਾ m ਨੂੰ ਹੁਣ ਇਸ ਰਿਲੇਸ਼ਨ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਹ 2 ਡੈਲਟਾ ਹ ਇਨਟੂ ਡਿਵਾਈਡਡ ਬਾਈ 2 ਪਾਈ ਹੋਵੇਗਾ ਅਤੇ ਡੈਲਟਾ ਹਾਫ ਆਪਣੇ ਆਪ ਨੂੰ ਹੁਣੇ ਇਸ ਇੱਕ ਹੋਣ ਲਈ ਗਿਣਿਆ ਗਿਆ ਸੀ। 1 ਮਾਈਨਸ r ਬਾਈ ਸਕੁਏਅਰ ਰੂਟ ਆਫ r। ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਥੇ ਰੱਖਦੇ ਹੋ, ਤਾਂ ਇਹ ਹੋ ਜਾਵੇਗਾ ਕਿ ਤੁਹਾਡੀ ਰਿਜ਼ੋਲਵਿੰਗ ਪਾਵਰ m ਪਾਈ ਟਾਈਮਸ ਰੂਟ ਡਿਵਾਈਡਡ ਬਾਈ 1 ਮਾਈਨਸ r ਹੈ। ਇਸ ਲਈ ਇਹ ਰਿਫਲੈਕਸ਼ਨ ਕੋਐਫੀਸ਼ੀਐਂਟ ਤੇ ਨਿਰਭਰ ਕਰਦਾ ਹੈ। ਜੇਕਰ r ਕਾਫੀ ਛੋਟਾ ਹੈ, ਤਾਂ ਰਿਜ਼ੋਲਵਿੰਗ ਪਾਵਰ ਕਾਫੀ ਜ਼ਿਆਦਾ ਹੋਣ ਜਾ ਰਹੀ ਹੈ। ਮੈਨੂੰ ਇਹ ਕਹਿ ਕੇ ਇਸ ਸੈਸ਼ਨ ਨੂੰ ਸਮਾਪਤ ਕਰਨ ਦਿਓ। ਅਸੀਂ ਡਿਫਰੈਕਸ਼ਨ ਪੈਟਰਨ ਦਾ ਅਧਿਐਨ ਕੀਤਾ ਹੈ। ਡਿਫਰੈਕਸ਼ਨ ਇੰਟਰਫੇਰੈਂਸ ਤੋਂ ਜ਼ਿਆਦਾ ਵੱਖਰਾ ਨਹੀਂ ਹੈ। ਇਹ ਭੌਤਿਕ ਤੌਰ ਤੇ ਵੱਖਰਾ ਨਹੀਂ ਹੈ। ਇਹ ਸਿਰਫ ਸਕੇਲ ਦਾ ਸਵਾਲ ਹੈ। ਅਤੇ ਅਸੀਂ ਇੱਕ ਸਿੰਗਲ ਸਲਿਟ ਦੇ ਕਾਰਨ ਡਿਫਰੈਕਸ਼ਨ ਪੈਟਰਨ ਨੂੰ ਦੇਖਿਆ, ਅਤੇ ਅਸੀਂ ਸਲਿਟ ਨੂੰ n ਭਾਗਾਂ ਵਿੱਚ ਵੰਡ ਕੇ, ਅਤੇ ਉਹਨਾਂ ਵਿੱਚੋਂ ਹਰ ਇੱਕ ਤੋਂ ਆਉਣ ਵਾਲੀਆਂ ਵੇਵਜ਼ ਨੂੰ ਵੇਖ ਕੇ, ਅਤੇ ਉਹਨਾਂ ਸਾਰਿਆਂ ਦੇ ਕਾਰਨ ਰਿਜ਼ਲਟੈਂਟ ਦਾ ਪਤਾ ਲਗਾ ਕੇ ਆਮ ਗਣਨਾ ਕੀਤੀ। ਅੰਤ ਵਿੱਚ ਪਤਾ ਚੱਲਦਾ ਹੈ ਕਿ ਤੁਹਾਨੂੰ ਇੱਕ ਡਿਫਰੈਕਸ਼ਨ ਪੈਟਰਨ ਮਿਲੇਗਾ ਜੋ ਇਸ ਟਾਈਪ ਦਾ ਹੈ। ਅਤੇ ਫਿਰ ਅਸੀਂ ਇੱਕ ਫੈਬਰੀ ਪੈਰੋਟ ਇੰਟਰਫੇਰੋਮੀਟਰ ਦੀ ਰਿਜ਼ੋਲਵਿੰਗ ਪਾਵਰ ਨੂੰ ਕੈਲਕੁਲੇਟ ਕਰਨ ਲਈ ਅੱਗੇ ਜਾਰੀ ਰੱਖਿਆ। ਪ੍ਰੋਬਲਮ ਜਿਸ ਨੂੰ ਅਸੀਂ ਪਿਛਲੀਆਂ ਕਲਾਸਾਂ ਵਿੱਚੋਂ ਇੱਕ ਵਿੱਚ ਅਧੂਰਾ ਛੱਡ ਦਿੱਤਾ ਸੀ, ਅਤੇ ਇਹ ਪਤਾ ਲੱਗਦਾ ਹੈ ਕਿ ਰਿਜ਼ੋਲਵਿੰਗ ਪਾਵਰ r ਤੇ ਨਿਰਭਰ ਕਰਦੀ ਹੈ, ਜੋ ਕਿ ਇੱਕ ਫੈਬਰੀ ਪੈਰੋਟ ਵਿੱਚ ਰਿਫਲੈਕਸ਼ਨ ਦੀ ਇੰਟੈਂਸਿਟੀ ਹੈ।